ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਮੈਂ ਮੇਰੇ ਸਹੁਰੇ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦਾ ਕਿਵੇਂ ਕਰ ਸਕਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਚੁੱਪ ਕਰ ਬਹੂ, ਤੇਰੇ ਵਿਆਹ ਨੂੰ 5 ਸਾਲ ਹੋ ਗਏ ਹਨ ਅਤੇ ਹਜੇ ਤੱਕ ਕੋਈ ਔਲਾਦ ਨਹੀਂ ਹੋਈ ਹੈ। ਅਸਲ ਵਿੱਚ ਮੇਰਾ ਬੇਟਾ ਤਾਂ ਨਿਕੰਮਾ ਹੈ, ਉਹ ਕੁਝ ਨਹੀਂ ਕਰ ਸਕਦਾ। ਇਹ ਕਹਿ ਕੇ ਮੇਰਾ ਸਹੁਰਾ ਮੇਰੇ ਨਾਲ ਬਹੁਤ ਬੁਰਾ ਵਰਤਾਵ ਕਰਨ ਲੱਗਿਆ ਅਤੇ ਕਹਿਣ ਲੱਗਿਆ ਕਿ ਅੱਜ ਮੈਂ ਤੇਰੇ ਨਾਲ ਕੁਝ ਇਸ ਤਰ੍ਹਾਂ ਦਾ ਕਰਾਂਗਾ ਜਿਸ ਤੋਂ ਬਾਅਦ ਤੂੰ 2 ਮਹੀਨਿਆਂ ਵਿੱਚ ਹੀ ਗਰਭਵਤੀ ਹੋ ਜਾਵੇਂਗੀ। ਅਤੇ ਫਿਰ ਉਹਨਾਂ ਨੇ ਮੈਨੂੰ ਪਤਾ ਨਹੀਂ ਕੀ ਸੁੰਘਾਇਆ, ਜਿਸ ਦੇ ਕਾਰਨ ਮੈਂ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲੀ, ਜੋ ਮੈਂ ਦੇਖਿਆ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਮੇਰਾ ਨਾਮ ਨਸੀਮਾ ਹੈ। ਮੇਰੇ ਘਰ ਵਾਲੇ ਮੈਨੂੰ ਸਿੰਮੀ ਕਹਿ ਕੇ ਬੁਲਾਉਂਦੇ ਹਨ। ਮੈਂ ਪਿੰਡ ਦੀ ਰਹਿਣ ਵਾਲੀ ਹਾਂ। ਮੇਰੇ ਪਿੰਡ ਦਾ ਨਾਮ ਪਲਾਸ਼ਪੁਰ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੀ ਉਮਰ ਹਜੇ 26 ਸਾਲ ਹੈ। ਜਦੋਂ ਮੈਂ 21 ਸਾਲ ਦੀ ਹੋਈ ਤਾਂ ਮੇਰਾ ਵਿਆਹ ਇੱਕ ਮਿਡਲ ਕਲਾਸ ਫੈਮਿਲੀ ਵਿੱਚ ਕਰ ਦਿੱਤਾ। ਮੇਰੇ ਸਹੁਰੇ ਘਰ ਵਿੱਚ ਸਿਰਫ 4 ਹੀ ਲੋਕ ਸਨ। ਮੈਂ, ਮੇਰਾ ਸਹੁਰਾ, ਮੇਰੀ ਨਣਦ ਅਤੇ ਮੇਰੇ ਪਤੀ। ਅਸੀਂ ਪਿੰਡ ਤਲਾਸ਼ਪੁਰ ਵਿੱਚ ਰਹਿੰਦੇ ਸੀ ਅਤੇ ਮੇਰੇ ਪਤੀ ਉੱਥੇ ਹੀ ਕੰਪਨੀ ਵਿੱਚ ਨੌਕਰੀ ਕਰਦੇ ਸੀ। ਮੇਰੇ ਵਿਆਹ ਦੇ 2 ਮਹੀਨੇ ਬਾਅਦ ਹੀ ਮੇਰੀ ਨਣਦ ਦਾ ਵਿਆਹ ਹੋ ਗਿਆ ਅਤੇ ਫਿਰ ਉਹ ਆਪਣੇ ਸਹੁਰੇ ਘਰ ਚਲੀ ਗਈ। ਹੁਣ ਸਾਡੇ ਪਰਿਵਾਰ ਵਿੱਚ ਅਸੀਂ 3 ਲੋਕ ਹੀ ਰਹਿ ਗਏ ਸੀ। ਮੇਰੀ ਸੱਸ ਦਾ 2 ਸਾਲ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਮੇਰੇ ਸਹੁਰੇ ਨੇ ਦੁਬਾਰਾ ਵਿਆਹ ਹੀ ਨਹੀਂ ਕੀਤਾ, ਜਦੋਂ ਕਿ ਉਹ ਹੁਣ ਵੀ ਜਵਾਨ ਦਿਖਦੇ ਹਨ। ਮੇਰੇ ਪਤੀ ਨੂੰ ਮੇਰੇ ਵਿਆਹ ਦੇ 10 ਦਿਨਾਂ ਬਾਅਦ ਹੀ ਪ੍ਰਮੋਸ਼ਨ ਮਿਲ ਗਈ ਅਤੇ ਉਹਨਾਂ ਦੀ ਪੋਸਟਿੰਗ ਮੁੰਬਈ ਹੋ ਗਈ। ਫਿਰ ਮੇਰੇ ਪਤੀ ਮੁੰਬਈ ਚਲੇ ਗਏ। ਹੁਣ ਘਰ ਵਿੱਚ ਮੈਂ, ਮੇਰਾ ਸਹੁਰਾ ਇਕੱਲੇ ਹੀ ਰਹਿ ਗਏ। ਜਦੋਂ ਤੋਂ ਮੇਰਾ ਪਤੀ ਮੁੰਬਈ ਗਿਆ ਸੀ, ਉਸ ਸਮੇਂ ਤੋਂ ਮੇਰਾ ਸਹੁਰਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ, ਪਰ ਮੈਂ ਕਦੇ ਧਿਆਨ ਨਹੀਂ ਦਿੱਤਾ। ਮੈਂ ਸੋਚਦੀ ਸੀ ਕਿ ਮੇਰਾ ਸਹੁਰਾ ਮੇਰੇ ਪਿਤਾ ਦੇ ਸਮਾਨ ਹਨ। ਵਿਆਹ ਤੋਂ 1.5 ਮਹੀਨੇ ਬਾਅਦ ਮੇਰਾ ਪਤੀ ਘਰ ਵਾਪਸ ਆਇਆ ਅਤੇ ਮੇਰੇ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਏ। ਉਹ ਦਿਨ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਸੀ। ਰਾਤ ਨੂੰ ਅਸੀਂ ਬਹੁਤ ਗੱਲਾਂ ਬਾਤਾਂ ਅਤੇ ਹੱਸੀ ਮਜ਼ਾਕ ਕੀਤਾ। ਮੇਰਾ ਪਤੀ ਬਹੁਤ ਖੂਬਸੂਰਤ ਅਤੇ ਹਸਮੁਖ ਇਨਸਾਨ ਸੀ। ਉਹਨਾਂ ਦਾ ਕੱਦ 5 ਫੁੱਟ 7 ਇੰਚ ਸੀ ਅਤੇ ਉਹ ਬਹੁਤ ਸਟਰੋਂਗ ਸੀ। ਇਸ ਤਰ੍ਹਾਂ ਸਾਡਾ ਸਮਾਂ ਚੰਗਾ ਬੀਤ ਰਿਹਾ ਸੀ। ਨੌਕਰੀ ਤੋਂ ਮੇਰਾ ਪਤੀ 2 ਦਿਨ ਦੀ ਛੁੱਟੀ ਲੈ ਕੇ ਘਰ ਆਉਂਦਾ ਅਤੇ ਫਿਰ ਵਾਪਸ ਮੁੰਬਈ ਚਲਾ ਜਾਂਦਾ। ਇਸ ਤਰ੍ਹਾਂ ਹੀ 5 ਸਾਲ ਬੀਤ ਗਏ, ਪਰ ਹਜੇ ਤੱਕ ਸਾਡੇ ਕੋਈ ਔਲਾਦ ਨਹੀਂ ਹੋਈ। ਇਸ ਕਾਰਨ ਅਸੀਂ ਚਿੰਤਾ ਵਿੱਚ ਰਹਿਣ ਲੱਗੇ। ਦੂਜੇ ਪਾਸੇ ਮੇਰਾ ਸਹੁਰਾ ਵੀ ਪਰੇਸ਼ਾਨ ਰਹਿੰਦਾ ਸੀ ਅਤੇ ਮੈਨੂੰ ਕਹਿੰਦਾ ਸੀ ਕਿ 5 ਸਾਲ ਹੋ ਗਏ ਹਨ, ਤੇਰੇ ਵਿਆਹ ਨੂੰ ਹਜੇ ਤੱਕ ਮੈਂ ਪੋਤੇ ਜਾਂ ਪੋਤੀ ਦਾ ਚਿਹਰਾ ਨਹੀਂ ਦੇਖ ਪਾਇਆ ਹਾਂ। ਜਦੋਂ ਮੈਂ ਉਹਨਾਂ ਨੂੰ ਜਵਾਬ ਦਿੰਦੀ ਤਾਂ ਉਹ ਮੇਰੇ ਵੱਲ ਅਜੀਬ ਤਰੀਕੇ ਨਾਲ ਘੂਰਦੇ। ਉਹਨਾਂ ਦੀਆਂ ਨਜ਼ਰਾਂ ਵਿੱਚ ਬੇਚੈਨੀ ਨਜ਼ਰ ਆਉਂਦੀ ਸੀ, ਪਰ ਮੈਂ ਇਸ ਗੱਲ ਨੂੰ ਕਦੇ ਵੀ ਸੀਰੀਅਸ ਨਹੀਂ ਲੈਤਾ। ਮੈਨੂੰ ਲੱਗਦਾ ਸੀ ਕਿ ਉਹ ਬਸ ਇਸ ਤਰ੍ਹਾਂ ਹੀ ਦੇਖ ਰਹੇ ਹਨ। ਪਿਛਲੇ 5 ਸਾਲ ਬੀਤ ਗਏ ਸੀ, ਪਰ ਉਹਨਾਂ ਨੇ ਕਦੇ ਮੇਰੇ ਨਾਲ ਬੁਰਾ ਵਰਤਾਵ ਨਹੀਂ ਕੀਤਾ ਸੀ। ਇਸ ਲਈ ਮੈਂ ਵੀ ਬੇਫਿਕਰ ਸੀ। ਇੱਕ ਦਿਨ ਮੇਰਾ ਪਤੀ ਮੁੰਬਈ ਤੋਂ ਘਰ ਵਾਪਸ ਆਇਆ। ਉਸ ਸਮੇਂ ਰਾਤ ਦੇ 11 ਵੱਜ ਗਏ ਸੀ ਜਦੋਂ ਉਹਨਾਂ ਦੇ ਮੋਬਾਈਲ ਤੇ ਫੇਸਬੁੱਕ ਤੋਂ ਇੱਕ ਮੈਸੇਜ ਆਇਆ। ਉਹ ਮੈਸੇਜ ਦੇਖਦੇ ਹੀ ਮੇਰਾ ਦਿਲ ਧੜਕਣ ਲੱਗਿਆ ਅਤੇ ਮੇਰਾ ਸਰੀਰ ਕੰਬਣ ਲੱਗਿਆ। ਉਹ ਮੈਸੇਜ ਵਿੱਚ ਲਿਖਿਆ ਸੀ ਕਿ ਮੇਰੀ ਜਾਨ, ਕਿਵੇਂ ਹੋ, ਕਦੋਂ ਵਾਪਸ ਆਵੋਗੇ? ਕੱਲ ਜੋ ਤੁਸੀਂ ਮੈਨੂੰ ਦਿੱਤਾ ਉਸ ਤੋਂ ਮੈਨੂੰ ਬਹੁਤ ਖੁਸ਼ੀ ਮਿਲੀ ਹੈ। ਹੁਣ ਕਦੋਂ ਆਵੋਗੇ ਵਾਪਸ? ਮੈਨੂੰ ਤੁਹਾਡੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਮੈਂ ਕਦੋਂ ਤੁਹਾਡੇ ਬੱਚੇ ਦੀ ਮਾਂ ਬਣਾਂਗੀ? ਇਹ ਮੈਸੇਜ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਦਾ ਲੱਗਿਆ ਜਿਵੇਂ ਮੇਰੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਮੈਂ ਉੱਪਰ ਵਾਲੇ ਮੈਸੇਜ ਨੂੰ ਦੇਖਿਆ। ਉਸ ਵਿੱਚ ਲਿਖਿਆ ਸੀ ਕਿ ਮੇਰੀ ਜਾਨ, ਮੈਨੂੰ ਪਤਾ ਹੈ ਕਿ ਤੁਹਾਡਾ ਵਿਆਹ ਹੋ ਚੁੱਕਿਆ ਹੈ ਅਤੇ ਤੁਹਾਡੇ ਕੋਈ ਬੱਚਾ ਨਹੀਂ ਹੈ। ਮੈਨੂੰ ਪਤਾ ਹੈ ਕਿ ਤੁਸੀਂ ਬੱਚੇ ਲਈ ਪਾਗਲ ਹੋ, ਪਰ ਡਾਕਟਰ ਨੇ ਕਿਹਾ ਹੈ ਕਿ ਸਮੱਸਿਆ ਤੁਹਾਡੀ ਪਤਨੀ ਵਿੱਚ ਹੈ, ਤੁਹਾਡੇ ਵਿੱਚ ਨਹੀਂ, ਕਿ ਤੁਸੀਂ ਮੇਰੇ ਨਾਲ ਵਿਆਹ ਕਰਕੇ ਮੈਨੂੰ ਬੱਚਾ ਨਹੀਂ ਦੇ ਸਕਦੇ। ਮੈਸੇਜ ਪੜ੍ਹ ਕੇ ਮੇਰਾ ਦਿਲ ਟੁੱਟ ਗਿਆ। ਮੈਂ ਚੁੱਪਚਾਪ ਫੋਨ ਪਾਸੇ ਰੱਖ ਦਿੱਤਾ ਤੇ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਮੇਰਾ ਪਤੀ ਤਾਂ ਆਰਾਮ ਨਾਲ ਸੌ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਤੋਂ ਕਿਉਂ ਦੂਰ ਹੋ ਰਿਹਾ ਸੀ। ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਨੂੰ ਤਾਂ ਸਭ ਕੁਝ ਬਾਹਰ ਤੋਂ ਹੀ ਮਿਲ ਰਿਹਾ ਸੀ।
ਮੈਂ ਪੂਰੀ ਰਾਤ ਸੌਂ ਨਾ ਸਕੀ। ਮੈਂ ਸੋਚਦੀ ਰਹੀ ਕਿ ਮੇਰਾ ਪਤੀ ਮੇਰੇ ਨਾਲ ਇਸ ਤਰ੍ਹਾਂ ਦਾ ਕਿਵੇਂ ਕਰ ਸਕਦਾ ਹੈ। ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੀ ਗੱਡੀ ਇੱਥੇ ਆ ਕੇ ਰੁਕ ਗਈ ਹੈ। ਮੈਂ ਸੋਚਣ ਲੱਗੀ ਕਿ ਔਲਾਦ ਤਾਂ ਉੱਪਰ ਵਾਲੇ ਦੀ ਮਰਜ਼ੀ ਨਾਲ ਹੁੰਦੀ ਹੈ। ਜੇਕਰ ਉੱਪਰ ਵਾਲਾ ਚਾਹੇ ਤਾਂ ਸਾਨੂੰ ਔਲਾਦ ਦੇ ਸਕਦਾ ਹੈ, ਪਰ ਮੇਰੇ ਪਤੀ ਨੂੰ ਦੂਜਾ ਵਿਆਹ ਕਰਨ ਦੀ ਕੀ ਜ਼ਰੂਰਤ ਸੀ। ਕਿਸੇ ਵੀ ਔਰਤ ਲਈ ਇਹ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਖਾਸ ਕਰਕੇ ਇੱਕ ਪਿੰਡ ਵਾਲੀ ਲੜਕੀ ਦੇ ਲਈ। ਇਹ ਸਭ ਦੇਖਣ ਤੋਂ ਬਾਅਦ ਮੈਂ ਚੁੱਪਚਾਪ ਫੋਨ ਪਾਸੇ ਰੱਖ ਦਿੱਤਾ ਅਤੇ ਆਪਣੀ ਕਿਸਮਤ ਤੇ ਰੋਣ ਲੱਗੀ, ਜਦੋਂ ਕਿ ਮੇਰਾ ਪਤੀ ਹੁਣ ਵੀ ਆਰਾਮ ਨਾਲ ਸੌਂ ਰਿਹਾ ਸੀ। ਜਦੋਂ ਮੈਂ ਸਵੇਰੇ ਉੱਠੀ, ਸਭ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੇਰੇ ਪਤੀ ਨੂੰ ਸਹੀ ਰਾਹ ਤੇ ਲੈ ਕੇ ਆਓ। ਚਾਹੇ ਮੇਰੇ ਤੋਂ ਸਭ ਕੁਝ ਲੈ ਲਓ, ਪਰ ਮੇਰੇ ਪਤੀ ਨੂੰ ਮੇਰੇ ਤੋਂ ਵੱਖ ਨਾ ਕਰੋ। ਮੈਂ ਮੇਰੇ ਪਤੀ ਨੂੰ ਕਿਸੇ ਹੋਰ ਨਾਲ ਨਹੀਂ ਵੰਡ ਸਕਦੀ। 2 ਦਿਨ ਰਹਿਣ ਤੋਂ ਬਾਅਦ ਮੇਰਾ ਪਤੀ ਫਿਰ ਤੋਂ ਮੁੰਬਈ ਚਲਾ ਗਿਆ। ਮੇਰੇ ਦਿਲ ਵਿੱਚ ਬਹੁਤ ਦਰਦ ਸੀ, ਪਰ ਮੈਂ ਉਸ ਨੂੰ ਕੁਝ ਕਹਿ ਨਾ ਸਕੀ। ਉਸ ਦੇ ਜਾਣ ਤੋਂ ਬਾਅਦ ਮੈਂ ਇਕੱਲੀ ਘਰ ਵਿੱਚ ਬੈਠ ਕੇ ਰੋਂਦੀ ਰਹੀ। ਇੱਕ ਦਿਨ ਜਦੋਂ ਮੈਂ ਸੋ ਰਹੀ ਸੀ ਤਾਂ ਮੇਰੇ ਸਹੁਰੇ ਨੇ ਮੈਨੂੰ ਦੇਖ ਲਿਆ ਅਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਕਿ ਬਹੂ ਕੀ ਹੋਇਆ ਹੈ, ਤੂੰ ਕਿਉਂ ਰੋ ਰਹੀ ਹੈ। ਤਾਂ ਮੈਂ ਕਿਹਾ ਕਿ ਕੁਝ ਨਹੀਂ, ਬਸ ਪਿਤਾ ਜੀ ਘਰ ਵਾਲਿਆਂ ਦੀ ਯਾਦ ਆ ਰਹੀ ਹੈ, ਇਸ ਲਈ ਰੋ ਰਹੀ ਹਾਂ। ਮੇਰਾ ਸਹੁਰਾ ਮੈਨੂੰ ਦਿਲਾਸਾ ਦੇਣ ਲਈ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਮੇਰੇ ਸਿਰ ਤੇ ਹੱਥ ਫੇਰਨ ਲੱਗਿਆ, ਪਰ ਉਸ ਸਮੇਂ ਉਹਨਾਂ ਦੀਆਂ ਨਜ਼ਰਾਂ ਅਤੇ ਉਹਨਾਂ ਦਾ ਮੈਨੂੰ ਹੱਥ ਲਾਉਣਾ ਅਜੀਬ ਜਿਹਾ ਲੱਗ ਰਿਹਾ ਸੀ, ਪਰ ਫਿਰ ਵੀ ਉਹ ਮੈਨੂੰ ਦਿਲਾਸਾ ਦੇ ਰਹੇ ਸੀ। ਮੈਂ ਕੁਝ ਨਾ ਬੋਲ ਸਕੀ। ਕਾਫੀ ਸਮੇਂ ਤੱਕ ਮੇਰਾ ਸਹੁਰਾ ਮੇਰੇ ਕੋਲ ਬੈਠਾ ਰਿਹਾ ਅਤੇ ਫਿਰ ਮੈਂ ਆਪਣੇ ਦਿਲ ਦੀ ਕਹਾਣੀ ਆਪਣੇ ਸਹੁਰੇ ਨੂੰ ਦੱਸ ਦਿੱਤੀ। ਸਾਰੀ ਗੱਲ ਸੁਣਨ ਤੋਂ ਬਾਅਦ ਮੇਰੇ ਸਹੁਰੇ ਨੇ ਕਿਹਾ ਕਿ ਬਹੂ, ਤੂੰ ਸਭ ਮੈਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ, ਮੈਂ ਤੇਰੇ ਨਾਲ ਹਾਂ। ਮੈਂ ਕਿਹਾ ਕਿ ਪਿਤਾ ਜੀ, ਮੈਂ ਤੁਹਾਡੇ ਬੇਟੇ ਤੇ ਬਹੁਤ ਭਰੋਸਾ ਕਰਦੀ ਸੀ, ਮੈਨੂੰ ਯਕੀਨ ਹੀ ਨਹੀਂ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਕਰਨਗੇ। ਮੇਰੇ ਸਹੁਰੇ ਨੇ ਮੈਨੂੰ ਦਿਲਾਸਾ ਦੇਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਉਸ ਸਮੇਂ ਮੇਰੇ ਨਾਲ ਅਜੀਬ ਹਰਕਤਾਂ ਵੀ ਕਰਨ ਲੱਗਿਆ ਅਤੇ ਫਿਰ ਕਹਿਣ ਲੱਗੇ ਕਿ ਤੂੰ ਘਬਰਾ ਨਾ, ਤੇਰਾ ਪਤੀ ਇਸ ਲਈ ਤੇਰੇ ਨਾਲ ਇਸ ਤਰ੍ਹਾਂ ਦਾ ਕਰ ਰਿਹਾ ਹੈ ਕਿਉਂਕਿ ਤੇਰੇ ਬੱਚਾ ਨਹੀਂ ਹੋ ਸਕਦਾ। ਤੂੰ ਫਿਕਰ ਨਾ ਕਰ, ਮੈਂ ਤੈਨੂੰ ਇੱਕ ਇਸ ਤਰ੍ਹਾਂ ਦੇ ਹਕੀਮ ਕੋਲ ਲੈ ਕੇ ਜਾਵਾਂਗਾ ਜਿਸ ਨੇ ਬਹੁਤ ਸਾਰੀਆਂ ਔਰਤਾਂ ਨੂੰ ਮਾਂ ਬਣਨ ਵਿੱਚ ਮਦਦ ਕੀਤੀ ਹੈ। ਅਗਲੇ ਦਿਨ ਮੇਰਾ ਸਹੁਰਾ ਮੈਨੂੰ ਉਸ ਹਕੀਮ ਕੋਲ ਲੈ ਗਿਆ। ਉਸ ਨੇ ਮੈਨੂੰ ਦੇਖ ਕੇ ਕਿਹਾ ਕਿ ਤੂੰ ਮਾਂ ਬਣ ਸਕਦੀ ਹੈ, ਪਰ ਤੈਨੂੰ ਇੱਕ ਕੰਮ ਕਰਨਾ ਪਵੇਗਾ। ਮੈਂ ਕਿਹਾ ਕਿਹੜਾ ਕੰਮ? ਤਾਂ ਹਕੀਮ ਨੇ ਕਿਹਾ ਕਿ ਤੈਨੂੰ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਨਾਲ ਸੰਬੰਧ ਬਣਾਉਣਾ ਪਵੇਗਾ, ਫੇਰ ਹੀ ਪਤਾ ਚੱਲੇਗਾ ਕਿ ਸਮੱਸਿਆ ਤੁਹਾਡੇ ਵਿੱਚ ਹੈ ਜਾਂ ਫਿਰ ਤੁਹਾਡੇ ਪਤੀ ਵਿੱਚ। ਮੈਂ ਕਿਹਾ ਕਿ ਹਕੀਮ ਜੀ, ਮੈਂ ਡਾਕਟਰ ਤੋਂ ਚੈੱਕਅਪ ਕਰਵਾਇਆ ਹੈ ਅਤੇ ਡਾਕਟਰ ਨੇ ਕਿਹਾ ਹੈ ਕਿ ਮੈਨੂੰ ਕੋਈ ਵੀ ਸਮੱਸਿਆ ਨਹੀਂ ਹੈ। ਤਾਂ ਹਕੀਮ ਨੇ ਕਿਹਾ ਕਿ ਬੱਚੇ ਦੇਣ ਵਾਲਾ ਤਾਂ ਉੱਪਰ ਵਾਲਾ ਹੈ, ਪਰ ਤੈਨੂੰ ਇਹ ਤਰੀਕਾ ਅਪਣਾਉਣਾ ਪਵੇਗਾ। ਜੇਕਰ ਤੂੰ ਕਿਸੇ ਹੋਰ ਮਰਦ ਨਾਲ ਸੰਬੰਧ ਬਣਾਉਣ ਤੋਂ ਬਾਅਦ ਮਾਂ ਬਣ ਸਕਦੀ ਹੈ ਤਾਂ ਤੂੰ ਇਹ ਨਹੀਂ ਚਾਹਵੇਂਗੀ। ਹਕੀਮ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ। ਫਿਰ ਮੈਂ ਸੋਚਿਆ ਕਿ ਬੱਚੇ ਤੋਂ ਬਿਨਾਂ ਮੇਰਾ ਘਰ ਬਰਬਾਦ ਹੋ ਹੀ ਰਿਹਾ ਹੈ, ਤਾਂ ਮੈਨੂੰ ਕੁਝ ਕਰਨਾ ਹੀ ਪਵੇਗਾ। ਥੋੜੇ ਸਮੇਂ ਬਾਅਦ ਮੈਂ ਕਿਹਾ, ਹਕੀਮ ਜੀ, ਮੇਰੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਆਦਮੀ ਨਹੀਂ ਹੈ ਜੋ ਮੇਰੇ ਨਾਲ ਸੰਬੰਧ ਬਣਾ ਸਕੇ। ਤਾਂ ਹਕੀਮ ਜੀ ਨੇ ਕਿਹਾ ਕਿ ਜੇਕਰ ਮੈਂ ਤੈਨੂੰ ਇਸ ਤਰ੍ਹਾਂ ਦਾ ਆਦਮੀ ਲੱਭ ਦੇਵਾਂ ਤਾਂ ਤੂੰ ਤਿਆਰ ਹੋ ਜਾਵੇਂਗੀ। ਤਾਂ ਮੈਂ ਹਾਂ ਵਿੱਚ ਜਵਾਬ ਦਿੱਤਾ। ਤਾਂ ਹਕੀਮ ਜੀ ਨੇ ਮੇਰੇ ਸਹੁਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੈਠੇ ਤਾਂ ਹਨ ਤੇਰੇ ਸਹੁਰਾ ਸਾਹਿਬ। ਤਾਂ ਹਕੀਮ ਜੀ ਨੇ ਮੈਨੂੰ ਕਿਹਾ, ਨਮੀਸ਼ਾ, ਸ਼ਾਇਦ ਤੈਨੂੰ ਤੇਰੇ ਸਹੁਰੇ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਮੇਰੇ ਬਹੁਤ ਪੁਰਾਣੇ ਦੋਸਤ ਹਨ ਅਤੇ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਹਨ। ਜੇਕਰ ਕਿਸੇ ਕੋਲ ਬੱਚਾ ਨਹੀਂ ਹੁੰਦਾ ਤਾਂ ਮੈਂ ਤੇਰੇ ਸਹੁਰੇ ਦੀ ਮਦਦ ਲੈਂਦਾ ਹਾਂ। ਹੁਣ ਤੱਕ 40 ਔਰਤਾਂ ਨੂੰ ਉਹਨਾਂ ਨੇ ਸੁੱਖ ਦਿੱਤਾ ਹੈ। ਜੇਕਰ ਤੂੰ ਚਾਹਵੇਂ ਤਾਂ ਉਹ ਤੁਹਾਡੀ ਵੀ ਮਦਦ ਕਰ ਸਕਦੇ ਹਨ। ਹਕੀਮ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਹੁਣ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਅਤੇ ਮੈਂ ਆਖਰਕਾਰ ਹਾਮੀ ਭਰ ਦਿੱਤੀ। ਤਾਂ ਹਕੀਮ ਨੇ ਕਿਹਾ ਕਿ ਠੀਕ ਹੈ, ਤੂੰ ਆਪਣੇ ਘਰ ਜਾ ਅਤੇ ਆਪਣੇ ਸਹੁਰੇ ਨੂੰ ਖੁਸ਼ ਕਰ, ਫਿਰ ਦੇਖੀ ਤੇਰਾ ਕੰਮ ਹੋ ਜਾਵੇਗਾ। ਤੇਰਾ ਸਹੁਰਾ ਇਸ ਮਾਮਲੇ ਵਿੱਚ ਬਹੁਤ ਗਿਆਨੀ ਹੈ। ਘਰ ਆਉਣ ਤੋਂ ਬਾਅਦ ਮੇਰਾ ਸਹੁਰਾ ਮੇਰੇ ਵੱਲ ਇਸ਼ਾਰਾ ਕਰਨ ਲੱਗਿਆ।
ਇੱਕ ਬੱਚੇ ਦੀ ਆਸ ਵਿੱਚ ਮੈਂ ਬਹੁਤ ਮਜਬੂਰ ਹੋ ਗਈ ਅਤੇ ਫਿਰ ਆਪਣੇ ਸਹੁਰੇ ਨਾਲ ਉਹ ਸਭ ਕੀਤਾ ਜੋ ਇੱਕ ਪਤੀ ਪਤਨੀ ਕਰਦੇ ਹਨ। ਮੇਰਾ ਸਹੁਰਾ ਬਹੁਤ ਖੁਸ਼ ਹੋਇਆ ਅਤੇ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਧਮਕਾ ਦਿੱਤਾ ਕਿ ਜੇਕਰ ਤੂੰ ਕਿਸੇ ਹੋਰ ਔਰਤ ਨਾਲ ਰਿਸ਼ਤਾ ਰੱਖੇਂਗਾ ਤਾਂ ਮੈਂ ਤੈਨੂੰ ਸਾਰੀ ਸੰਪत्ति ਤੋਂ ਬੇਦਖਲ ਕਰ ਦੇਵਾਂਗਾ। ਇਸ ਡਰ ਦੇ ਕਾਰਨ ਮੇਰੇ ਪਤੀ ਨੇ ਉਸ ਔਰਤ ਦੇ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ। ਸਹੁਰੇ ਨਾਲ ਸੰਬੰਧ ਬਣਾਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਹਾਂ। ਇਸ ਗੱਲ ਨੇ ਮੇਰੇ ਦਿਲ ਨੂੰ ਖੁਸ਼ੀ ਨਾਲ ਨੱਚਣ 'ਤੇ ਮਜਬੂਰ ਕਰ ਦਿੱਤਾ। ਮਾਂ ਬਣਨ ਦਾ ਸੁੱਖ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੁੰਦਾ ਹੈ ਅਤੇ ਫਿਰ 9 ਮਹੀਨਿਆਂ ਬਾਅਦ ਮੇਰੇ ਘਰ ਵਿੱਚ ਪਿਆਰਾ ਜਿਹਾ ਬੇਟਾ ਪੈਦਾ ਹੋਇਆ। ਉਸ ਸਮੇਂ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਸਾਰੇ ਰਿਸ਼ਤੇਦਾਰ, ਮੇਰਾ ਸਹੁਰਾ ਤੇ ਮੇਰਾ ਪਤੀ ਵੀ ਬਹੁਤ ਖੁਸ਼ ਸੀ ਅਤੇ ਇਸ ਤੋਂ ਬਾਅਦ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਹੁਣ ਮੈਂ ਆਪਣੇ ਪਤੀ ਅਤੇ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਹਾਂ। ਤਾਂ ਦੋਸਤੋ, ਆਖਰ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਔਲਾਦ ਦੇਣ ਵਾਲਾ ਤਾਂ ਉੱਪਰ ਵਾਲਾ ਹੀ ਹੈ, ਪਰ ਜਦੋਂ ਬੱਚਾ ਨਾ ਹੋਣ ਦੇ ਕਾਰਨ ਪਤੀ ਆਪਣੀ ਪਤਨੀ ਨਾਲ ਧੋਖਾ ਕਰਨ ਲੱਗਦਾ ਹੈ ਤਾਂ ਇਨਸਾਨ ਮਜਬੂਰੀ ਵਿੱਚ ਕੁਝ ਇਸ ਤਰ੍ਹਾਂ ਦਾ ਕਰ ਬੈਠਦਾ ਹੈ ਜੋ ਉਹ ਕਦੇ ਨਹੀਂ ਕਰਨਾ ਚਾਹੁੰਦਾ। ਇਸ ਸਮੇਂ ਇਨਸਾਨ ਆਪਣੀ ਇੱਜ਼ਤ ਅਤੇ ਆਪਣੇ ਮਾਣ ਸਨਮਾਨ ਦੀ ਵੀ ਪਰਵਾਹ ਨਹੀਂ ਕਰਦਾ। ਇਸ ਲਈ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਗਲਤ ਰਾਸਤਾ ਨਹੀਂ ਅਪਣਾਉਣਾ ਚਾਹੀਦਾ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।